सत श्री अकाल, तुसी देख रहे हो बास टीवी ते मैं हाँ तरसेम अरोड़ा लैके हाजिर हाँ अज दीआं खास खबरां। प्रधानमंत्री नरेंद्र मोदी ने भारत दौरे उत्ते आए ब्रिटिश सम अहुदा बोरिस जॉनसन नाल रखिया वपार अते साफ ऊर्जा के खेतर च आपसी सहयोग नूं होर विस्तार देण लई चर्चा की। दोवां नेतावां ने भारत अते ब्रिटेन विचाले दोपक्खी सहयोग नूं उत्साह देण दे रस्तियां बारे भी चर्चा की। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅੱਜ ਕਿਹਾ ਹੈ ਕਿ ਦੁਨੀਆ ਨੂੰ ਤਾਨਾਸ਼ਾਹ ਦੇਸ਼ਾਂ ਤੋਂ ਵੱਧਦੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਲੋਕਤੰਤਰ ਨੂੰ ਕਮਜ਼ੋਰ ਅਤੇ ਮੁਕਤ ਵਪਾਰ ਨੂੰ ਖਤਮ ਕਰਨ ਦੇ ਨਾਲ-ਨਾਲ ਪ੍ਰਭੂਸੱਤਾ ਨੂੰ ਕੁਚਲਣਾ ਚਾਹੁੰਦੇ ਹਨ। ਅਜਿਹੇ ਮਾਹੌਲ ਵਿੱਚ ਭਾਰਤ ਨਾਲ ਬਰਤਾਨੀਆ ਦੀ ਭਾਈਵਾਲੀ ਸਮੁੰਦਰੀ ਤੂਫਾਨ ਵਿੱਚ ਲਾਈਟ ਹਾਊਸ ਵਰਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਪਹਿਲਾਂ ਜੌਨਸਨ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਤੋਂ ਲੈ ਕੇ ਊਰਜਾ ਸੁਰੱਖਿਆ ਤੇ ਰੱਖਿਆ ਤੱਕ ਦੇ ਮੁੱਦਿਆਂ ਤੇ ਭਾਰਤ ਅਤੇ ਬਰਤਾਨੀਆ ਵਿਚਕਾਰ ਸਾਂਝੇਦਾਰੀ ਮਹੱਤਵਪੂਰਨ ਹੈ, ਕਿਉਂਕਿ ਦੋਵੇਂ ਦੇਸ਼ ਭਵਿੱਖ ਵੱਲ ਵੇਖਦੇ ਹਨ। ਬ੍ਰਿਟਿਸ਼ ਹਾਈ ਕਮਿਸ਼ਨ ਨੇ ਦੱਸਿਆ ਹੈ ਕਿ ਜੌਨਸਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਜ਼ਮੀਨੀ, ਸਮੁੰਦਰੀ, ਹਵਾ, ਪੁਲਾੜ ਅਤੇ ਸਾਈਬਰ ਸੁਰੱਖਿਆ ਭਾਈਵਾਲੀ ਬਾਰੇ ਚਰਚਾ ਕੀਤੀ ਗਈ ਹੈ, ਕਿਉਂਕਿ ਦੋਵੇਂ ਦੇਸ਼ ਨਵੇਂ ਗੁੰਝਲਦਾਰ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ। प्रधानमंत्री नरेंद्र मोदी ने श्री गुरु तेग बहादुर जी के 400वें प्रकाश पुरब मौके लाल किले च आयोजित एक समारोह दौरान एक विशेष सिक्का और डाक टिकट जारी की। इस दौरान संबोधन करदियां प्रधानमंत्री मोदी ने कहा कि शब्द कीर्तन सुन के मन नूं जो शांति मिली है उसनूं शब्दां च बयान करना मुश्किल है। उन्होंने कहा कि मैं इस पवित्र मौके उत्ते सारे 10 गुरुआं दे चरनां च नमन करदा। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕਦੇ ਵੀ ਕਿਸੇ ਮੁਲਕ ਜਾਂ ਸਮਾਜ ਲਈ ਖਤਰਾ ਨਹੀਂ ਬਣਿਆ ਤੇ ਇਹ ਅਜੋਕੇ ਦੌਰ ਦੀਆਂ ਆਲਮੀ ਚੁਣੌਤੀਆਂ ਭਰੇ ਮਾਹੌਲ 'ਚ ਵੀ ਸਮੁੱਚੇ ਵਿਸ਼ਵ ਦੀ ਭਲਾਈ ਬਾਰੇ ਸੋਚਦਾ ਹੈ। ਉਹਨਾਂ ਮੰਨਿਆ ਕਿ ਭਾਰਤ ਸਿੱਖ ਗੁਰੂਆਂ ਦੇ ਆਦਰਸ਼ਾਂ ਦੀ ਪਾਲਣਾ ਕਰ ਰਿਹਾ ਹੈ। ਲਾਲ ਕਿਲੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ਦੌਰਾਨ ਮੋਦੀ ਨੇ ਕਿਹਾ ਹੈ ਕਿ ਲਾਲ ਕਿਲੇ ਨੇੜੇ ਸਥਿਤ ਗੁਰਦੁਆਰਾ ਸੀਸਗੰਜ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਦਾ ਪ੍ਰਤੀਕ ਹੈ। ਉਹਨਾਂ ਨੇ ਕਿਹਾ ਹੈ ਕਿ ਉਸ ਸਮੇਂ ਮੁਲਕ ਵਿੱਚ ਧਾਰਮਿਕ ਕੱਟੜਤਾ ਦੀ ਹਨੇਰੀ ਛੁੱਟ ਰਹੀ ਸੀ। ਉਸ ਸਮੇਂ ਭਾਰਤ ਲਈ ਆਪਣੀ ਪਛਾਣ ਦੀ ਰਾਖੀ ਕਰਨ ਦੀ ਸਭ ਤੋਂ ਵੱਡੀ ਉਮੀਦ ਗੁਰੂ ਤੇਗ ਬਹਾਦਰ ਜੀ ਬਣੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰੰਗਜ਼ੇਬ ਦੇ ਜ਼ੁਲਮਾਂ ਸਾਹਮਣੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਬਣ ਕੇ ਇੱਕ ਚੱਟਾਨ ਵਾਂਗ ਖੜ ਗਏ। ਉਹਨਾਂ ਨੇ ਕਿਹਾ ਕਿ ਲਾਲ ਕਿਲਾ ਇਸ ਗੱਲ ਦਾ ਗਵਾਹ ਹੈ ਕਿ ਔਰੰਗਜ਼ੇਬ ਤੇ ਉਸ ਜਿਹੇ ਕਈ ਜ਼ੁਲਮੀ ਸ਼ਾਸਕਾਂ ਨੇ ਕਈ ਲੋਕਾਂ ਦੇ ਸਿਰ ਕਲਮ ਕੀਤੇ ਹੋਣਗੇ, ਪਰ ਸਾਡੀ ਆਸਥਾ ਸਾਡੇ ਨਾਲੋਂ ਵੱਖ ਨਹੀਂ ਹੋ ਸਕੀ। ਉਹਨਾਂ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੇ ਭਾਰਤ ਦੀਆਂ ਨਵੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ, ਆਪਣੇ ਸਵੈਮਾਨ ਤੇ ਇੱਜ਼ਤ ਦੀ ਰਾਖੀ ਲਈ ਜਿਉਣ ਤੇ ਮਰ ਮਿਟਣ ਦੀ ਪ੍ਰੇਰਨਾ ਦਿੱਤੀ ਹੈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਹੈ ਕਿ ਵੱਡੀਆਂ ਤਾਕਤਾਂ ਗਾਇਬ ਹੋ ਗਈਆਂ ਹਨ, ਵੱਡੇ ਤੂਫਾਨ ਥੰਮ ਗਏ ਹਨ, ਪਰ ਭਾਰਤ ਅਜੇ ਵੀ ਅਡੋਲ ਖੜਾ ਹੈ ਤੇ ਅੱਗੇ ਵਧ ਰਿਹਾ ਹੈ। ਉਹ ਲਾਲ ਕਿਲੇ 'ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ 400 ਰਾਗੀਆਂ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਉਪਦੇਸ਼ਾਂ ਬਾਰੇ ਚਾਨਣਾ ਵੀ ਪਾਇਆ ਗਿਆ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਸੰਗਤ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ ਭਾਰਤ ਆਪਣੇ ਫੈਸਲੇ ਖੁਦ ਕਰਦਾ ਹੈ। ਸਾਨੂੰ ਇੱਕ ਅਜਿਹਾ ਭਾਰਤ ਬਣਾਉਣਾ ਪਵੇਗਾ ਜਿਸ ਦੀ ਤਾਕਤ ਨੂੰ ਪੂਰਾ ਵਿਸ਼ਵ ਦੇਖੇ ਤੇ ਸੰਸਾਰ ਨੂੰ ਜੋ ਨਵੀਆਂ ਬੁਲੰਦੀਆਂ ਤੇ ਲੈ ਜਾਵੇ। ਉਹਨਾਂ ਨੇ ਕਿਹਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਨੇ ਵਿਸ਼ਵ ਇਤਿਹਾਸ ਵਿੱਚ ਧਰਮ ਤੇ ਮਨੁੱਖੀ ਕਦਰਾਂ ਕੀਮਤਾਂ, ਆਦਰਸ਼ਾਂ ਤੇ ਸਿਧਾਂਤਾਂ ਦੀ ਰੱਖਿਆ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਉਹਨਾਂ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੇ ਕਸ਼ਮੀਰੀ ਪੰਡਤਾਂ ਦੀ ਧਾਰਮਿਕ ਆਜ਼ਾਦੀ ਦਾ ਸਮਰਥਨ ਕਰਨ ਲਈ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦਾ ਸ਼ਹੀਦੀ ਦਿਹਾੜਾ ਹਰ ਵਰੇ 24 ਨਵੰਬਰ ਨੂੰ ਮਨਾਇਆ ਜਾਂਦਾ ਹੈ। ਦਿੱਲੀ ਵਿੱਚ ਸਥਿਤ ਗੁਰਦੁਆਰਾ ਸੀਸਗੰਜ ਸਾਹਿਬ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਉਹਨਾਂ ਦੀ ਸ਼ਹੀਦੀ ਨਾਲ ਸੰਬੰਧਿਤ ਹੈ। ਸਮਾਗਮ ਮੌਕੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ, ਉੱਥੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਕਈ ਹੋਰ ਅਹਿਮ ਸ਼ਖਸੀਅਤਾਂ ਵੀ ਹਾਜ਼ਰੀ ਲਵਾਈ। ਇਸ ਮੌਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਦਰਸਾਉਣ ਵਾਲਾ ਇੱਕ ਲਾਈਟ ਐਂਡ ਸਾਊਂਡ ਸ਼ੋਅ ਵੀ ਪੇਸ਼ ਕੀਤਾ ਗਿਆ। ਇਹ ਪ੍ਰੋਗਰਾਮ ਸੱਭਿਆਚਾਰ ਤੇ ਸੈਰ ਸਪਾਟੇ ਮੰਤਰਾਲੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। पंजाब कांग्रेस प्रधान राजा वड़िंग वालों ताजपोशी तो बाद प्रैस कानफ्रेंस की गई। इस दौरान उन्होंने कहा कि कोई भी शख्स पार्टी तो वड्डा नहीं है, कांग्रेसियों की बयानबाजी नाल ही आप सत्ता च आई है। राजा वड़िंग का कहना है कि अनुशासन ना रखने वालों उत्ते पार्टी वालों कार्रवाई की जाएगी। प्रधान मैं तह दिलों धन्यवादी हाँ
खास करके मैं उन्होंने लीडर साहबाना का धन्यवादी हाँ जिहड़े पहली ते दूजी कतार दे विच, वैसे तो सारियां दा ही बैठे ने साडे सीनियर आगू साहबान, जिन्होंने आपकी जिंदगी ला के इस कांग्रेस पार्टी नूं खड़ा किया। कई परिवार ऐसे बैठे ने जिन्होंने आपके जान की कुर्बानी ला दी इस कांग्रेस पार्टी के लिए, अमन शांति के लिए। मेरे आगे नमाणे नताने उन्होंने जिंदगी भर दे नहीं दे सकते, और मैं आस करता हूं इन्होंने तमाम उन्होंने लीडर साहबाना तो मेरे पिता समान ने, कुछ मेरे बड़े भरावां समान ने, कि वो आने वाले समय दे विच सानू सेध दे के, सानू अपना आशीर्वाद दे के, आपदे गल ना ला के सानू रखणगे, और सानू वो तरीका ते सलीका सिखाते रहेंगे कि कांग्रेस पार्टी ते कांग्रेस पार्टी के वर्करां नूं किस तरह मजबूत करना है। सो ये मैं उम्मीद करता हाँ मेरे लीडर साहबाना तो। दोस्तों, कांग्रेस पार्टी कोई सियासी दल नहीं है। ठीक है, समय की तब्दीली दे नाल अजकल समा ऐसा आ गया है, 21वीं सदी च असीं प्रवेश कर चुके हैं। ये सियासी दल नहीं है। कांग्रेस पार्टी 150 साल पुरानी पार्टी, कांग्रेस पार्टी एक सोच है, कांग्रेस पार्टी एक विचार है, और सोच ते विचार कदे खत्म नहीं हो सकते, ये मेरा मनना है, और मैनू लगता तुसीं भी सब लोग इस गल नाल सहमत होंगे। पंजाब ਦੇ ਕਿਸਾਨਾਂ ਨੂੰ ਬੀਤੇ ਦਿਨਾਂ ਦੌਰਾਨ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਨੂੰ ਵੇਖਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਇੱਕ ਨਵਾਂ ਐਲਾਨ ਕੀਤਾ ਹੈ। ਇਹ ਐਲਾਨ ਕਰਦੇ ਹੋਏ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਕਾਰੀ ਵਿਭਾਗਾਂ ਨੂੰ ਫੌਰੀ ਤੌਰ ਤੇ ਹੁਕਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਨੇ। कणक का झाड़ घटण की समस्या नाल जूझ रहे पंजाब के किसानों लिए एक होर वड्डी विपता खड़ी हो गई सी कि खेती विकास बैंकों वालों करजई किसानों के गिरफ्तारी वारंट तैयार कर लए गए सन। जिला फिरोजपुर के 2 किसानों को खेती विकास बैंकों ने जेल में भी डक दिता सी, जबकि कई होर किसानों को लिखती वादे मगरों छड्डिया गया सी। करजई किसानों में इस कार्रवाई नाल काफ़ी खौफ और रोस पैदा हो गया सी। इस मामले उत्ते रौला पैंदा वेख के आम आदमी पार्टी की सरकार ने खेती विकास बैंकों वालों करजई किसानों के जारी किए गए गिरफ्तारी वारंट रद्द करने का फैसला लिया है और ऐलान किया है कि किसी भी करजई किसान को गिरफ्तार नहीं किया जाएगा। पंजाब सरकार के खजाना और सहकारिता मंत्री हरपाल सिंह चीमा ने कहा है कि पंजाब में किसी भी करजई किसान की गिरफ्तारी नहीं होगी और जारी हुए गिरफ्तारी वारंट वापस लए जाएंगे। हरपाल सिंह चीमा ने इस बारे स्पष्टीकरण दिंदियां कहा कि पिछली कांग्रेस सरकार ने जांदे हुए करजई किसानों के गिरफ्तारी वारंट जारी कर दिते सन, जिन्होंने खेती विकास बैंकों के अधिकारियों ने रिन्यू करवा लिया सी। इस नवे फैसले मगरों यानी वारंट रद्द करने के फैसले मगरों खेती विकास बैंकों वालों तकरीबन 9200 किसानों के गिरफ्तारी वारंटां नूं अंतिम रूप दिते जाण दा काम फिलहाल रुक गया दस्सिया जाता है। ਭਾਰਤ ਅਤੇ ਬਰਤਾਨੀਆ ਦਰਮਿਆਨ ਸੰਬੰਧ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ 2 ਰੋਜ਼ਾ ਭਾਰਤੀ ਦੌਰਾ ਕੀਤਾ। ਇਸ ਦੌਰੇ ਤਹਿਤ ਦੋਵਾਂ ਦੇਸ਼ਾਂ ਦਰਮਿਆਨ ਵੱਖ-ਵੱਖ ਮੁੱਦਿਆਂ ਉੱਤੇ ਗੱਲਬਾਤ ਹੋਈ ਤੇ ਆਉਣ ਵਾਲੇ ਸਮੇਂ ਲਈ ਕਈ ਯੋਜਨਾਵਾਂ ਨੂੰ ਕਾਗਜ਼ਾਂ ਦੇ ਵਿੱਚ ਪ੍ਰਵਾਨਗੀ ਵੀ ਦਿੱਤੀ ਗਈ। ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭਾਰਤ ਦੀ 2 ਰੋਜ਼ਾ ਫੇਰੀ ਤਹਿਤ ਇੱਥੇ ਆਏ ਹੋਏ ਨੇ, ਜਿੱਥੇ ਇਸ ਫੇਰੀ ਦੇ ਪਹਿਲਾ ਦਿਨ ਉਹਨਾਂ ਗੁਜਰਾਤ ਵਿਖੇ ਹੀ ਬਿਤਾਇਆ। अहमदाबाद हवाई अड्डे तो शहर के होटल तक 4 किलोमीटर के राह उत्ते उन्हां दा शानदार स्वागत किया गया। हवाई अड्डे उत्ते गुजरात के मुख मंत्री भुपिंदर पटेल और राज्यपाल आचार्य देवव्रत ने उन्हां दा स्वागत किया। इस मौके सूबे के सीनियर अधिकारी और मंत्री भी नाल मौजूद सन। बोरिस जॉनसन ने एक बरतानवी फर्म वालों हलोल शहर में खोली गई नवीं JCB फैक्ट्री का उद्घाटन किया। वो यूनिवर्सिटी ऑफ एडिनबर्ग के सहयोग नाल काम कर रही
ਬਾਇਓਟੈਕਨੋਲੋਜੀ ਯੂਨੀਵਰਸਿਟੀ ਵੀ ਗਏ। ਇਸ ਉਪਰੰਤ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਵਿਖੇ ਉਹ ਚਰਖਾ ਚਲਾਉਂਦੇ ਹੋਏ ਵੀ ਨਜ਼ਰ ਆਏ। ਆਪਣੀ ਫੇਰੀ ਦੇ ਦੂਜੇ ਦਿਨ ਅੱਜ ਬੋਰਿਸ ਜੌਨਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਰੱਖਿਆ, ਊਰਜਾ, ਵਾਤਾਵਰਣ, ਸੌਫਟਵੇਅਰ ਇੰਜੀਨੀਅਰਿੰਗ, ਸਿਹਤ ਅਤੇ ਹੋਰ ਕਈ ਅਹਿਮ ਖੇਤਰਾਂ ਲਈ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਵਪਾਰਕ ਸਮਝੌਤਿਆਂ ਨੂੰ ਸਹੀਬੱਧ ਕਰਨਗੇ। ਇਸ ਮੁਲਾਕਾਤ ਦੌਰਾਨ ਭਾਰਤ UK ਫ੍ਰੀ ਵਪਾਰ ਸਮਝੌਤੇ ਅਤੇ ਯੂਕਰੇਨ ਸੰਕਟ ਉੱਤੇ ਵੀ ਚਰਚਾ ਹੋਣ ਦੀ ਗੱਲ ਦੱਸੀ ਗਈ ਹੈ। ਉਧਰ UK ਦੇ ਹਾਈ ਕਮਿਸ਼ਨ ਨੇ ਕਿਹਾ ਕਿ UK ਭਾਰਤ ਦੁਵੱਲੇ ਕਰਾਰ ਤਹਿਤ 1 ਅਰਬ ਪੌਂਡ ਤੋਂ ਵੱਧ ਦੀ ਰਕਮ ਦਾ ਪੂੰਜੀ ਨਿਵੇਸ਼ ਵੀ ਹੋਵੇਗਾ। ਜੰਮੂ ਦੇ ਬਾਹਰੀ ਇਲਾਕੇ 'ਚ ਸ਼ੁੱਕਰਵਾਰ ਤੜਕੇ ਫੌਜ ਦੇ ਕੈਂਪ ਨੇੜੇ ਅੱਤਵਾਦੀਆਂ ਦੇ CISF ਦੀ ਬੱਸ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਨੀਮ ਫੌਜੀ ਫੋਰਸ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਇਸ ਦੌਰਾਨ 2 ਅੱਤਵਾਦੀ ਵੀ ਮਾਰੇ ਗਏ। ਹਮਲੇ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਜੰਮੂ ਦੇ ਬਾਹਰੀ ਇਲਾਕੇ ਵਿੱਚ ਅੱਜ ਤੜਕੇ ਅੱਤਵਾਦੀਆਂ ਵੱਲੋਂ ਫੌਜੀ ਕੈਂਪ ਨੇੜੇ CISF ਦੀ ਬੱਸ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੋਏ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ 2 ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਮੁਕਾਇਆ, ਪਰ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁਕਾਬਲੇ ਵਿੱਚ 9 ਜਵਾਨ ਜ਼ਖਮੀ ਹੋ ਗਏ ਹਨ। ਸੁੰਜਵਾਂ ਵਿੱਚ ਇਹ ਮੁਕਾਬਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਂਬਾ ਜ਼ਿਲ੍ਹੇ ਦੇ ਪ੍ਰਸਤਾਵਿਤ ਦੌਰੇ ਦੇ ਮੱਦੇਨਜ਼ਰ 2 ਦਿਨ ਪਹਿਲਾਂ ਤੋਂ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਅਧਿਕਾਰੀਆਂ ਨੇ ਇਹਤਿਆਤ ਵਜੋਂ ਖੇਤਰ ਅਤੇ ਆਲੇ-ਦੁਆਲੇ ਦੇ ਸਾਰੇ ਨਿੱਜੀ ਅਤੇ ਸਰਕਾਰੀ ਸਕੂਲਾਂ ਵਿੱਚ ਕਲਾਸਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਝਾਰਖੰਡ ਹਾਈ ਕੋਰਟ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਦੇ ਡੋਰੰਡਾ ਖਜ਼ਾਨੇ ਵਿੱਚੋਂ ਗਬਨ ਸੰਬੰਧੀ ਚਾਰਾ ਘਪਲੇ ਦੇ ਆਖਰੀ ਮਾਮਲੇ ਵਿੱਚ ਵੀ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਅਪਰੇਸ਼ ਕੁਮਾਰ ਸਿੰਘ ਦੇ ਬੈਂਚ ਨੇ ਇਹ ਫੈਸਲਾ ਸੁਣਾਇਆ ਹੈ। ਹੁਣ ਸੋਮਵਾਰ ਤੱਕ ਲਾਲੂ ਯਾਦਵ ਦੇ ਰਿਹਾ ਹੋਣ ਦੇ ਅਸਾਰ ਨਜ਼ਰ ਆ ਰਹੇ ਨੇ। ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਮਾਮਲੇ ਵਿੱਚ ਰਾਹਤ ਮਿਲੀ ਹੈ। ਲਾਲੂ ਯਾਦਵ ਨੂੰ ਡੋਰੰਡਾ ਟ੍ਰੇਜਰੀ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਇਹ ਮਾਮਲਾ ਡੋਰੰਡਾ ਖਜ਼ਾਨੇ ਵਿੱਚੋਂ 139 ਕਰੋੜ ਰੁਪਏ ਕਢਾਉਣ ਨਾਲ ਸੰਬੰਧਿਤ ਹੈ। ਸਾਲ 1990 ਤੋਂ 1995 ਦਰਮਿਆਨ ਡੋਰੰਡਾ ਖਜ਼ਾਨੇ ਵਿੱਚੋਂ 139 ਕਰੋੜ ਰੁਪਏ ਕਢਾਏ ਗਏ ਸਨ। ਕਰੀਬ 27 ਸਾਲ ਬਾਅਦ ਕੋਰਟ ਨੇ ਇਸ ਸਾਲ ਫਰਵਰੀ ਵਿੱਚ ਇਸ ਘਪਲੇ ਤੇ ਆਪਣਾ ਫੈਸਲਾ ਸੁਣਾਇਆ ਸੀ, ਜਿਸ ਵਿੱਚ ਲਾਲੂ ਯਾਦਵ ਨੂੰ ਦੋਸ਼ੀ ਪਾਇਆ ਗਿਆ ਸੀ। ਸੁਪਰੀਮ ਕੋਰਟ ਨੇ ਅੱਜ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨਵਾਬ ਮਲਿਕ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਨਵਾਬ ਮਲਿਕ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਉੱਤੇ ਹੈ। ਸੁਪਰੀਮ ਕੋਰਟ ਨੇ 300 ਦੇ ਇੱਕ ਮਾਮਲੇ ਵਿੱਚ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨਵਾਬ ਮਲਿਕ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਹ ਕਹਿੰਦੇ ਹੋਏ ਨਵਾਬ ਮਲਿਕ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਜਾਂਚ ਹਾਲੇ ਸ਼ੁਰੂਆਤੀ ਦੌਰ ਵਿੱਚ ਹੈ। ਜੱਜ DY ਚੰਦਰਚੂੜ ਅਤੇ ਜੱਜ ਸੂਰਿਆਕਾਂਤ ਦੀ ਬੈਂਚ ਨੇ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਦੌਰਾਨ ਕਿਹਾ ਕਿ ਉਹ 15 ਮਾਰਚ ਦੇ ਬੰਬਈ ਹਾਈ ਕੋਰਟ ਦੇ ਆਦੇਸ਼ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗੀ। ਬੈਂਚ ਨੇ ਕਿਹਾ ਕਿ ਹਾਲਾਂਕਿ ਨਵਾਬ ਮਲਿਕ ਹੇਠਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਕਾਨੂੰਨ ਦੇ ਅਧੀਨ ਉਪਲਬਧ ਉਪਾਅ ਦਾ ਲਾਭ ਉਠਾ ਸਕਦੇ ਹਨ। ਨਵਾਬ ਮਲਿਕ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਹੈ ਕਿ ਮਲਿਕ ਨੂੰ 1999 ਵਿੱਚ ਹੋਈ ਘਟਨਾ ਲਈ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸਿੱਬਲ ਨੇ ਕਿਹਾ ਹੈ ਕਿ ਧਨ ਸੋਧ ਰੋਕਥਾਮ ਐਕਟ ਦੇ ਅਧੀਨ ਕੋਈ ਮਾਮਲਾ ਨਹੀਂ ਹੈ ਕਿਉਂਕਿ ਕੋਈ ਅਪਰਾਧ ਨਹੀਂ ਹੈ। ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਹੈ ਕਿ ਜਾਂਚ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ ਤੇ ਉਹ ਹਾਈ ਕੋਰਟ ਦੇ ਆਦੇਸ਼ ਵਿੱਚ ਦਖਲਅੰਦਾਜ਼ੀ ਨਹੀਂ ਕਰੇਗੀ। ਦੱਸਣਯੋਗ ਹੈ ਕਿ ਬੰਬਈ ਹਾਈ ਕੋਰਟ ਨੇ 15 ਮਾਰਚ ਨੂੰ 300 ਦੇ ਇੱਕ ਮਾਮਲੇ ਵਿੱਚ ਨਵਾਬ ਮਲਿਕ ਨੂੰ ਅੰਤਰਿਮ ਜ਼ਮਾਨਤ ਦੇਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਦਿੱਲੀ ਦੇ ਰੋਹਿਣੀ ਕੋਰਟ 'ਚ ਗੋਲੀਬਾਰੀ ਹੋਣ ਦੀ ਖਬਰ ਹੈ। ਰੋਹਿਣੀ ਕੋਰਟ ਕੰਪਲੈਕਸ ਦੇ ਬਾਹਰ ਇੱਕ ਵਕੀਲ ਉੱਤੇ ਗੋਲੀਬਾਰੀ ਕੀਤੀ ਗਈ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਕਿ ਅਦਾਲਤ ਦੇ ਬਾਹਰ ਇੱਕ ਗਾਰਡ ਨੇ ਵਕੀਲ ਉੱਤੇ ਗੋਲੀ ਚਲਾ ਦਿੱਤੀ। ਪੁਲਿਸ ਨੂੰ PCR ਕਾਲ ਰਾਹੀਂ ਇਸ ਬਾਰੇ ਜਾਣਕਾਰੀ ਮਿਲੀ। ਦੱਸ ਦਈਏ ਕਿ ਪਿਛਲੇ ਸਾਲ ਰੋਹਿਣੀ ਕੋਰਟ ਵਿੱਚ ਹੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਦਿੱਲੀ ਦੇ ਰੋਹਿਣੀ ਕੋਰਟ ਕੰਪਲੈਕਸ ਵਿੱਚ ਅੱਜ ਸਵੇਰੇ 2 ਵਕੀਲਾਂ ਦੇ ਮੁਵੱਕਲਾਂ ਵਿਚਕਾਰ ਹੋਈ ਲੜਾਈ ਦੌਰਾਨ ਨਾਗਾਲੈਂਡ ਪੁਲਿਸ ਦੇ ਕਰਮਚਾਰੀ ਨੇ ਸਰਵਿਸ ਹਥਿਆਰ ਨਾਲ ਗੋਲੀ ਚਲਾ ਦਿੱਤੀ। ਪੁਲਿਸ ਨੇ ਦੱਸਿਆ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 2 ਵਕੀਲਾਂ ਦੇ ਮੁਵੱਕਲਾਂ ਵਿਚਕਾਰ ਲੜਾਈ ਹੋਈ ਸੀ। ਸੁਰੱਖਿਆ ਡਿਊਟੀ ਤੇ ਨਾਗਾਲੈਂਡ ਪੁਲਿਸ ਦਾ ਕਰਮਚਾਰੀ ਸਥਿਤੀ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਉਸਨੇ ਸਰਵਿਸ ਹਥਿਆਰ ਤੋਂ ਗੋਲੀ ਚੱਲ ਗਈ। ਗੋਲੀ ਜ਼ਮੀਨ ਤੇ ਲੱਗੀ, ਜਿਸ ਕਾਰਨ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪਾਸੇ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰ ਡਿਊਟੀ ਤੇ ਪਹੁੰਚਣ ਦੇ ਹੁਕਮ ਜਾਰੀ ਕੀਤੇ ਨੇ ਤਾਂ ਜੋ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਪਰ ਅਜਿਹਾ ਕੁਝ ਵੀ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸਰਕਾਰੀ ਅਫਸਰ ਸਮੇਂ ਸਿਰ ਡਿਊਟੀ ਤੇ ਪਹੁੰਚਣ ਇਹ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤਾਂ ਡਿਊਟੀ ਤੇ ਆਰਾਮ ਫਰਮਾ ਕੇ ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਨੇ। ਆਖਿਰ ਕੀ ਹੈ ਸਾਰਾ ਮਾਮਲਾ, ਆਓ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਹੁਣ ਕਿਸੇ ਨੂੰ ਸਰਕਾਰੀ ਦਫ਼ਤਰਾਂ ਜਾਂ ਅਦਾਰਿਆਂ ਦੇ ਗੇੜੇ ਨਹੀਂ ਮਾਰਨੇ ਪੈਣਗੇ, ਬਲਕਿ ਸਰਕਾਰੀ ਅਫਸਰ ਪਿੰਡ-ਪਿੰਡ ਜਾ ਕੇ ਕੰਮ ਕਰਕੇ ਆਇਆ ਕਰਨਗੇ। ਲੱਗਦਾ ਹੈ ਕਿ ਇਹ ਹੁਕਮ ਲਾਗੂ ਹੁੰਦੇ ਨਹੀਂ ਜਾਪਦੇ। ਸਰਕਾਰੀ ਮੁਲਾਜ਼ਮ ਤਾਂ ਸਮੇਂ ਸਿਰ ਦਫ਼ਤਰ ਹੀ ਨਹੀਂ ਆ ਰਹੇ ਤੇ ਪਿੰਡ-ਪਿੰਡ ਕਿਸ ਵੇਲੇ ਜਾ ਕੇ ਉਹ ਕੰਮ ਕਰਨਗੇ। ਮੁੱਖ ਮੰਤਰੀ ਸਾਹਿਬ ਨੇ ਸਾਰੇ ਹੀ ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰ ਮਤਲਬ 9 ਵਜੇ ਦਫ਼ਤਰ ਵਿੱਚ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਸਨ, ਪਰ ਲੱਗਦਾ ਹੈ ਕਿ ਇਹ ਹੁਕਮ ਬਾਘਾ ਪੁਰਾਣਾ ਦੇ BDPO ਦਫ਼ਤਰ ਵਿਖੇ ਨਹੀਂ ਪੁੱਜੇ। ਜੀ ਹਾਂ, ਗੱਲ ਕਰ ਰਹੇ ਹਾਂ ਬਾਘਾ ਪੁਰਾਣਾ ਦੇ BDPO ਦਫ਼ਤਰ, ਜਿੱਥੇ ਅੱਜ ਜਦੋਂ ਸਵੇਰੇ ਕਰੀਬ 9:45 ਤੇ ਲੋਕਾਂ ਦੇ ਨਾਲ ਪੱਤਰਕਾਰਾਂ ਦੀ ਟੀਮ BDPO ਦਫ਼ਤਰ ਪਹੁੰਚੀ ਤਾਂ ਦੇਖਿਆ ਕਿ BDPO ਸਾਹਿਬ ਦੇ ਦਫ਼ਤਰ ਦੀਆਂ ਲਾਈਟਾਂ ਅਤੇ ਪੱਖੇ ਦੇ ਨਾਲ AC ਵੀ ਚੱਲ ਰਿਹਾ ਸੀ, ਜੋ ਕਿ ਖਾਲੀ ਪਏ ਦਫ਼ਤਰ ਦੀਆਂ ਕੁਰਸੀਆਂ ਅਤੇ ਮੇਜ਼ ਠੰਡੇ ਕਰ ਰਿਹਾ ਸੀ ਅਤੇ BDPO ਸਾਹਿਬ ਦਫ਼ਤਰ ਵਿੱਚ ਗੈਰ ਹਾਜ਼ਰ ਸਨ। ਤੁਸੀਂ ਰੌਲਾ ਪਾ ਰਹੇ ਸੀਗੇ ਇਸ ਦਫ਼ਤਰ ਦੇ ਵਿੱਚ ਮੈਂ 2-2.5 ਸਾਲ ਤੋਂ ਲਗਾਤਾਰ ਆਉਣਾ ਜੀ। ਤਕਰੀਬਨ ਇੱਕ ਦਾ ਦਿਨ ਛੱਡ ਕੇ 5-5 4-4 ਗੇੜੇ ਮੇਰੇ ਵੱਜਦੇ ਆ। ਮੇਰੇ ਆਉਣ ਦਾ ਕਾਰਨ BDPO ਦਫ਼ਤਰ ਇਹ ਹੈ ਕਿ ਮੇਰੇ ਘਰ ਦੇ ਨਾਲ ਇੱਕ ਪੰਚਾਇਤੀ ਗਲੀ ਹੈ ਜੀ, ਉਹ ਇੱਕ ਬੰਦੇ ਵੱਲੋਂ NRI ਬੰਦੇ ਵੱਲੋਂ ਨੱਪੀ ਗਈ ਹੈ, ਕਬਜ਼ਾ ਕੀਤਾ ਗਿਆ। ਉਹਨੂੰ ਮੈਂ ਖਾਲੀ ਕਰਾਉਣ ਨੂੰ ਸਭ ਕੁਛ ਉਹਦਾ ਹੋਇਆ ਵਾ, ਕਾਗਜ਼ੀ ਪੱਤਰ ਸਭ ਕਾਰਵਾਈ ਹੋਈ ਵੀ ਹੈ, ਪਰ ਇਹ ਦਫ਼ਤਰ ਵੱਲੋਂ ਉਹ ਗਲੀ ਖਾਲੀ ਨਹੀਂ ਕਰਾਈ ਜਾ ਰਹੀਗੀ। ਇਸ ਕਰਕੇ ਮੈਨੂੰ ਇਹ ਦਫ਼ਤਰ ਆਉਣਾ ਪੈਂਦਾ। ਜਿਹੜੇ ਹੁਣ ਇੱਥੇ DDPO ਨਰਮਲ ਸਿੰਘ ਆ BDPO, ਹੁਣ ਜਦੋਂ ਮੈਂ ਅੱਜ 3 ਵਾਰੀ ਇਦੋਂ ਪਹਿਲਾਂ ਆਇਆ ਇਹਨਾਂ ਕੋਲੇ ਤੇ ਅੱਜ ਚੌਥੀ ਵਾਰ ਆਇਆ। ਚਾਰ ਵਾਰੀਆਂ ਦੇ ਵਿੱਚੋਂ 4 ਵਾਰੇ ਮੈਨੂੰ ਚੁਆਰੇ ਦੇ ਵਿੱਚ ਮਿਲੇ ਆ ਜੀ। ਥੱਲੇ ਕਹਿੰਦੇ ਸੀਗੇ ਵੀ ਦਫ਼ਤਰ ਦੇ ਵਿੱਚ ਹੈ ਨਹੀਂ ਗੇ BDPO ਸਾਹਿਬ। ਮੇਰੇ ਪਤਾ ਲੱਗਦਾ ਵੀ ਤਾਂ ਬੈਠੇ ਆ। ਜਦੋਂ ਮੈਂ ਤਾਂ ਜਾਂਦਾ ਸੀ ਉੱਥੇ ਗਿਆ ਵੀ ਮੇਰੇ ਇੱਥੇ ਕਿਉਂ ਆਇਆ, ਇੱਥੇ ਕਿਉਂ ਆਉਣਾ, ਗਲਤ ਆ, ਇੱਥੇ ਆਉਣਾ, ਮੇਰੇ ਤੋਂ ਇੱਥੇ ਨਹੀਂ ਆ ਸਕਦਾ ਗਾ। ਮੈਂ ਇਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਆਪਦੇ ਦਫ਼ਤਰ ਬੈਠੋ ਤਾਂ ਮੈਨੂੰ ਇੱਥੇ ਆਉਣ ਦੀ ਜ਼ਰੂਰਤ ਨਾ ਪਵੇ, ਕਿਉਂਕਿ ਤੁਹਾਡਾ ਜਿਹੜਾ ਦਫ਼ਤਰ ਹੈ ਦਫ਼ਤਰ ਦੇ ਵਿੱਚ ਬੈਠੋ, ਤੁਹਾਨੂੰ ਲੋਕ ਹੋਰ ਵੀ ਬਹੁਤ ਮਿਲਣ ਵਾਲੇ ਖੱਜਲ ਖਵਾਰ ਹੁੰਦੇ ਆ। ਤੁਸੀਂ ਦਫ਼ਤਰੀ ਟਾਈਮ ਦੇ ਵਿੱਚ ਆਪਦੇ ਰੂਮ ਦੇ ਵਿੱਚ ਆ ਕੇ ਆਰਾਮ ਨਾਲ ਫਰਮਾਇਆ ਕਰੋ। ਤੁਹਾਨੂੰ ਕੋਠੇ ਤੇ ਕੌਣ ਤੇ ਅੱਜ ਵੀ ਮੈਂ ਜਦੋਂ ਪਤਾ ਇੱਥੇ ਆਇਆ, ਮੈਨੂੰ ਪਤਾ ਲੱਗਿਆ ਵੀ ਸੀਟ ਤੇ ਹੈ ਨਹੀਂਗੇ। ਮੈਂ ਪੁੱਛਿਆ, ਉਹ ਕਹਿੰਦੇ ਵੀ ਮੁਲਾਜ਼ਮ ਕਹਿੰਦੇ ਡਰਦੇ ਦੱਸਦੇ ਨਹੀਂ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਿੱਥੇ ਹੈ। ਮੈਨੂੰ ਇਹ ਗੱਲ ਦਾ ਪਤਾ ਸੀ ਵੀ ਅੱਗੇ 3 ਵਾਰੀ ਉੱਥੇ ਮਿਲੇ ਆ ਤੇ ਅੱਜ ਚੌਥੀ ਵਾਰੀ ਵੀ ਉੱਥੇ ਹੋਣਗੇ। ਜਿਹੜਾ ਚਵਾਰੇ ਦੇ ਵਿੱਚ ਇਹਨਾਂ ਦਾ ਕੋਈ ਸਪੈਸ਼ਲ ਦਫ਼ਤਰ ਬਣਾਇਆ ਜਾਂ ਉੱਥੇ ਕੋਈ ਬੈੱਡਰੂਮ ਬਣਾਇਆ? ਕੀ ਬੈੱਡਰੂਮ ਆ ਜੀ। ਅੱਜ ਵੀ ਤੁਸੀਂ ਉਹ ਵੀਡੀਓ ਦੇ ਵਿੱਚ ਜਿਹੜੀ ਮੈਂ ਬਣਵਾਈ ਹੈ ਉਹਦੇ ਵਿੱਚ ਤੁਸੀਂ ਸਾਫ਼ ਦਿਸਦਾ ਵੇਖਿਆ ਹੋਊਗਾ ਕਿ BDPO ਸਾਹਿਬ ਇੱਕ ਆਮ ਕੱਪੜਿਆਂ ਦੇ ਵਿੱਚ ਜਿਵੇਂ ਆਪਾਂ ਘਰੇ ਪੈਂਦੇ ਆ ਉਵੇਂ ਬੈੱਡ ਦੇ ਉੱਤੇ ਆਰਾਮ ਫਰਮਾ ਰਹੇ ਸੀ। ਜਦੋਂ ਮੈਂ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਵੇਖਿਆ ਤੇ ਦਵਾ ਕੈਮਰਾ ਖੁੱਲਣ ਤੋਂ ਮੇਰੇ ਫੜਨ ਤੋਂ ਮੇਰੇ ਖਿੱਚਣ ਤੋਂ ਆਏ ਤੇ ਮੈਂ ਪਿੱਛੇ ਹੋਇਆ ਤੇ ਉਹਨਾਂ ਨੇ ਗੇਟ ਡਾਲਿਆ। ਇਹ ਹੋਇਆ ਜੀ ਅੱਜ। ਕਿੰਨੇ ਵਜੇ ਦੀ ਗੱਲ ਆਈ ਹੈ? ਇਹ ਗੱਲ 3 ਵਜੇ ਦੀ ਆ, ਦਫ਼ਤਰੀ ਟਾਈਮ ਦੀ ਗੱਲ ਹੈ ਜੀ। ਦਫ਼ਤਰੀ ਟਾਈਮ ਦੇ ਵਿੱਚ ਹੀ BDPO ਸਾਹਿਬ ਆਪਣੇ ਕਮਰੇ ਦੇ ਵਿੱਚ ਆਰਾਮ ਫਰਮਾ ਰਹੇ ਹੁੰਦੇ ਆ ਤੇ ਇੱਥੇ ਜਨਤਾ ਦੇ ਜੀ ਖੱਜਲ ਖਵਾਰ ਹੁੰਦੀ ਫਿਰਦੀ ਆ, ਉਹਨਾਂ ਨੂੰ ਮਿਲਣ ਵਾਲੇ ਪਰ ਕਿਸੇ ਨੂੰ ਮਿਲਦੇ ਨਹੀਂ, ਤਾਂ ਚਵਾਰੇ 'ਚ ਹੀ ਹੁੰਦੇ ਹਰ ਵਾਰ। ਇਹ ਹਰ ਰੋਜ਼ ਦੀ ਗੱਲ ਹੈ ਜਾਂ ਇੱਕ ਅੱਧੀ ਵਾਰੀ ਹੋਇਆ ਬਈ? ਮੇਰੇ ਨਾਲ ਅੱਜ ਚੌਥਾ ਗੇੜਾ ਸੀ ਮੇਰਾ ਇਹਨਾਂ ਕੋਲੇ ਜੀ। 4 ਵਾਰੀ ਇਹ ਹੋਇਆ ਜੀ। ਤੁਸੀਂ ਹੁਣ ਜਿਹੜਾ ਹੈਗਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਕੀ ਮੰਗ ਕਰਦੇ? ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਲੋਕਾਂ ਨੇ ਤੁਹਾਨੂੰ ਜਿਹੜੀ ਉਮੀਦ ਨਾਲ ਵੋਟਾਂ ਪਾਈਆਂ ਤੇ ਬਦਲਾਅ ਦੀ ਖਾਤਰ ਪਾਈਆਂ, ਉਹ ਬਦਲਾਅ ਇੱਥੇ ਕੁਝ ਵੀ ਦਿਸ ਨਹੀਂ ਰਿਹਾਗਾ। ਅਫਸਰਸ਼ਾਹੀ ਉਵੇਂ ਭਾਰੂ ਹੈ ਤੇ ਅਫਸਰ ਕਿਸੇ ਸਰਕਾਰ ਨੂੰ ਕਿਸੇ ਨੂੰ ਕੁਝ ਨਹੀਂ ਜਾਣਦੇਗੇ ਤੇ ਸਾਰੇ ਕਾਸੇ ਨੂੰ ਛਿੱਕੇ ਟੰਗ ਕੇ BDPO ਸਾਹਿਬ ਤੇ ਆਪਦੇ ਕਮਰੇ ਦੇ ਵਿੱਚ ਆਰਾਮ ਫਰਮਾ ਰਹੇ ਸੀ। ਕੋਈ BDPO ਸਾਹਿਬ ਨੇ ਜਾਂ ਕੋਈ ਲਿਖਤੀ 'ਚ ਕੋਈ ਛੁੱਟੀ ਵਗੈਰਾ ਨਾ ਲਈ ਹੋਵੇ ਤਾਂ ਕਰਕੇ? ਨਾ ਜੀ, ਅੱਜ ਮੈਂ ਚੌਥੀ ਵਾਰ ਆਇਆ। ਚੌਥੀ ਵਾਰੀ ਕੋਈ ਕਿਸੇ ਛੁੱਟੀ ਤੇ ਨਹੀਂ ਸੀ। ਅੱਜ ਵੀ ਤੁਸੀਂ ਬੇਸ਼ੱਕ BDO ਸਾਹਿਬ ਤੋਂ ਪਤਾ ਕਰ ਲਓ ਵੀ ਛੁੱਟੀ ਤੇ ਸੀਗੇ, ਲੀਵ ਤੇ ਚੱਲ ਰਹੇ ਸੀ। ਨਹੀਂ ਜੀ, ਮੈਨੂੰ ਪਤਾ ਉਹ ਔਨ ਡਿਊਟੀ ਸੀਗੇ। ਔਨ ਡਿਊਟੀ ਉਹ ਆਪਦੇ ਕਮਰੇ ਦੇ ਵਿੱਚ ਆਰਾਮ ਫਰਮਾ ਰਹੇ ਸੀ ਤੇ ਲੋਕ ਇੱਥੇ ਜੀ ਤਾਂਤਾ ਲੱਗਿਆ ਵਾ ਸੀ ਮਿਲਣ ਵਾਲਿਆਂ ਦਾ, ਇੰਨੇ ਲੋਕ ਫਿਰਦੇ ਸੀਗੇ ਤੇ ਇੱਥੇ ਮੋੜੀ ਜਾਂਦੇ ਜੀ ਕਹਿ ਕੇ BDPO ਸਾਹਿਬ ਤਾਂ ਹੈ ਨਹੀਂ। ਤੁਸੀਂ ਛੱਤ ਤੇ ਜਦੋਂ ਦੇਖਣ ਗਏ ਤੁਹਾਨੂੰ ਕਿਹਨੇ ਭੇਜਿਆ ਸੀ ਉੱਥੇ? ਉੱਥੇ ਮੈਂ ਆਪਦੇ ਆਪ ਹੀ ਗਿਆ ਸੀ। ਮੈਨੂੰ ਪਤਾ ਜੀ ਅਕਸਰ ਹੀ ਉੱਥੇ ਮਿਲਦੇ ਆ। ਮੈਨੂੰ ਪਤਾ ਸੀ ਵੀ ਉਹ ਚਵਾਰੇ 'ਚ ਹੀ ਹੁੰਦੇ, ਦਫ਼ਤਰ 'ਚ ਤਾਂ ਬਹਿੰਦੇ ਹੀ ਨਹੀਂ ਜੀ। ਇਸ ਕਰਕੇ ਮੈਂ ਚਵਾਰੇ 'ਚ ਗਿਆ ਸੀਗਾ ਜੀ। ਇੱਕ ਪਾਸੇ ਤਾਂ ਸਰਕਾਰ ਬਿਜਲੀ ਬਚਾ ਕੇ ਮੁਫਤ ਦੇਣ ਦੀ ਤਿਆਰੀ ਕਰ ਰਹੀ ਹੈ, ਦੂਜੇ ਪਾਸੇ ਦਫ਼ਤਰਾਂ ਵਿੱਚ ਬਿਜਲੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਜਦੋਂ ਹੋਰ ਮੁਲਾਜ਼ਮਾਂ ਤੋਂ ਇਸ ਬਾਬਤ ਪੁੱਛਿਆ ਤਾਂ ਉਹਨਾਂ ਨੇ ਕਿਹਾ ਹੈ ਕਿ BDO ਸਾਹਿਬ ਉੱਪਰ ਵਾਲੇ
ਕਮਰੇ ਵਿੱਚ ਖਾਣਾ ਖਾ ਰਹੇ ਹਨ। ਜਦੋਂ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਦੇ ਨਾਲ ਪੱਤਰਕਾਰਾਂ ਨੇ ਉੱਪਰ ਜਾ ਕੇ ਦੇਖਿਆ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ ਅਤੇ ਅੰਦਰੋਂ ਕੁੰਡੀ ਲਗਾਈ ਹੋਈ ਸੀ। ਦਰਵਾਜ਼ਾ ਖੜਕਾਉਣ ਉਪਰੰਤ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਪੂਰੇ ਗੁੱਸੇ ਨਾਲ BDPO ਨਿਰਮਲ ਸਿੰਘ ਨੇ ਅੱਗਿਓਂ ਪੁੱਛਿਆ ਕਿ ਦਰਵਾਜ਼ਾ ਕਿਉਂ ਖੜਕਾ ਰਹੇ ਹੋ। ਇਸ ਮੌਕੇ BDPO ਸਾਹਿਬ ਦੇ ਪੈਰਾਂ ਵਿੱਚ ਚੱਪਲਾਂ ਤੇ ਸਿਰ ਤੇ ਟੋਪੀ ਲਈ ਹੋਈ ਸੀ ਤੇ ਕਮਰੇ ਵਿੱਚ ਬੈੱਡ ਲੱਗਿਆ ਸੀ ਤੇ AC ਚੱਲ ਰਿਹਾ ਸੀ, ਜਿਵੇਂ ਆਪਣੇ ਖੁਦ ਦੇ ਘਰ ਵਿੱਚ ਪਏ ਹੋਣ। ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਤੁਸੀਂ ਡਿਊਟੀ ਤੇ ਨਹੀਂ ਹੋ ਤਾਂ BDPO ਸਾਹਿਬ ਨੇ ਜਵਾਬ ਦਿੱਤਾ ਕਿ ਮੈਂ ਆਰਾਮ ਕਰ ਰਿਹਾ ਸੀ, ਮੇਰੀ ਡਿਸਕ ਵਿੱਚ ਪ੍ਰੋਬਲਮ ਹੈ, ਇਸ ਕਰਕੇ ਮੈਂ ਆਰਾਮ ਕਰ ਰਿਹਾ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ BDPO ਨੇ ਕੋਈ ਛੁੱਟੀ ਲਈ ਹੈ ਜਾਂ ਕੋਈ ਲਿਖਤੀ ਰੂਪ ਵਿੱਚ ਸੰਬੰਧਿਤ ਉੱਚ ਅਧਿਕਾਰੀਆਂ ਨੂੰ ਕੁਝ ਭੇਜਿਆ ਹੈ। ਜਦੋਂ ਇਸ ਮੁੱਦੇ ਬਾਬਤ ਸਥਾਨਿਕ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਮੌਜੂਦ ਨਹੀਂ ਹਾਂ ਤੇ ਇਸ ਮੁੱਦੇ ਬਾਬਤ ਗੱਲਬਾਤ ਕਰਾਂਗਾ ਕਿ ਕੀ BDPO ਸਾਹਿਬ ਸਹੀ ਵਿੱਚ ਹੀ ਬਿਮਾਰ ਹਨ ਅਤੇ ਆਰਾਮ ਕਰ ਰਹੇ ਸਨ ਜਾਂ ਕੋਈ ਹੋਰ ਮਾਮਲਾ ਹੈ। ਸ਼ਿਕਾਇਤਕਰਤਾ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਮੈਂ ਜਿੰਨੀ ਵਾਰ BDPO ਦਫ਼ਤਰ ਵਿੱਚ ਆਇਆ ਹਾਂ, ਮੈਨੂੰ ਹਮੇਸ਼ਾ ਹੀ ਉੱਪਰ ਚੁਬਾਰੇ ਵਿੱਚ ਜਿੱਥੇ BDPO ਸਾਹਿਬ ਦਾ ਬੈੱਡਰੂਮ ਬਣਿਆ ਹੈ ਉੱਥੇ ਹੀ ਮਿਲਦੇ ਹਨ। ਲੋਕ ਥੱਲੇ ਦਫ਼ਤਰ ਵਿੱਚ ਖੱਜਲ ਖਵਾਰ ਹੋ ਕੇ ਮੁੜਦੇ ਰਹਿੰਦੇ ਹਨ ਅਤੇ ਛੋਟੇ ਅਧਿਕਾਰੀ ਲੋਕਾਂ ਨੂੰ ਇਹ ਕਹਿ ਕੇ ਮੋੜ ਦਿੰਦੇ ਹਨ ਕਿ BDPO ਸਾਹਿਬ ਪਤਾ ਨਹੀਂ ਕਿੱਥੇ ਗਏ ਹੋਏ ਹਨ। ਸੋ ਇਹ ਸੀ ਅੱਜ ਦੀਆਂ ਖਾਸ ਖਬਰਾਂ। ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ, ਪਰ ਤੁਸੀਂ ਤਾਜ਼ਾ ਤਰੀਨ ਅਪਡੇਟ ਦੇ ਲਈ ਦੇਖਦੇ ਰਹੋ ਬਾਜ TV ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।